So, dear students, ਅੱਜ ਅਸੀਂ ਬੇਸਿਕਸ ਆਫ ਅਕਾਊਂਟਿੰਗ ਐਂਡ ਫਾਈਨੈਂਸ ਤੁਹਾਡਾ ਨਵਾਂ ਚੈਪਟਰ ਉਹ ਸਟਾਰਟ ਕਰਨ ਜਾ ਰਹੇ ਹਾਂ। ਸੋ ਅੱਜ ਦੀ ਡਿਸਕਸ਼ਨ ਆਫ ਅਕਾਊਂਟਿੰਗ ਬੇਸਿਕਸ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਸਮਝਾਇਆ ਜਾ ਸਕੇ ਕਿ ਅਕਾਊਂਟਿੰਗ ਸਿਸਟਮ ਕਿੱਦਾਂ ਕੰਮ ਕਰਦਾ ਹੈ ਐਂਡ ਇਸ ਨੂੰ ਅਸੀਂ ਕਿਵੇਂ ਯੂਜ਼ ਕਰਦੇ ਹਾਂ ਫਾਈਨੈਂਸ਼ੀਅਲ ਰਿਪੋਰਟਸ ਨੂੰ ਜਨਰੇਟ ਕਰਨ ਦੇ ਲਈ। ਸੋ ਇਹ ਕੀ ਹੈ, ਮੈਜਰਮੈਂਟ, ਪ੍ਰੋਸੈਸਿੰਗ ਐਂਡ ਕਮਿਊਨੀਕੇਸ਼ਨ ਕਰਨਾ ਅਬਾਊਟ ਫਾਈਨੈਂਸ਼ੀਅਲ ਐਂਡ ਨੋਨ ਫਾਈਨੈਂਸ਼ੀਅਲ ਇਨਫੋਰਮੇਸ਼ਨ ਦਾ। ਕਾਹਦੇ ਲਈ? ਅਬਾਊਟ ਇਕਨੋਮਿਕ ਐਂਟੀਟੀਜ਼ ਸਚ ਐਜ਼ ਬਿਜ਼ਨਸ ਐਂਡ ਕਾਰਪੋਰੇਸ਼ਨਸ। ਸੋ ਬੇਸਿਕਸ ਆਫ ਅਕਾਊਂਟਿੰਗ ਦੇ ਵਿੱਚ ਅਸੀਂ ਇਹ ਸਮਝਾਂਗੇ ਕਿ ਜਿਹੜੀ ਅਕਾਊਂਟਿੰਗ ਹੈ ਉਹਨੂੰ ਮੇਨਟੇਨ ਕਿੱਦਾਂ ਕੀਤਾ ਜਾਂਦਾ ਹੈ, ਉਹਦੇ ਕਿਹੜੇ ਕਿਹੜੇ ਸਬ ਪਾਰਟਸ ਨੇ ਐਂਡ ਉਹ ਸਬ ਪਾਰਟਸ ਜਿਹੜੇ ਨੇ ਉਹ ਅਕਾਊਂਟਿੰਗ ਦੇ ਵਿੱਚ ਕਿੱਦਾਂ ਕੰਮ ਕਰਦੇ ਨੇ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜੀ ਸਿਸਟਮ ਆਫ ਰਿਕਾਰਡ ਕੀਪਿੰਗ ਦੀ। ਸੋ ਸਿਸਟਮ ਆਫ ਰਿਕਾਰਡ ਕੀਪਿੰਗ ਦੇ ਵਿੱਚ ਰਿਕਾਰਡ ਕੀਪਿੰਗ ਜਿਹੜੀ ਹੈ ਇੱਕ ਰੈਸ਼ਨਲ ਅਪਰੋਚ ਦੇ ਥਰੂ ਹੋਣੀ ਬਹੁਤ ਜ਼ਰੂਰੀ ਹੈ। ਰੈਸ਼ਨਲ ਦਾ ਮਤਲਬ ਹੈ ਲੌਜੀਕਲ ਅਪਰੋਚ। ਅਗਰ ਅਸੀਂ ਇਲੌਜੀਕਲ ਅਪਰੋਚ ਦੇ ਨਾਲ ਕੋਈ ਵੀ ਰਿਕਾਰਡ ਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇੱਕ ਐਂਡ 'ਤੇ ਜਾ ਕੇ ਸਾਨੂੰ ਕਿਤੇ ਨਾ ਕਿਤੇ ਪ੍ਰੋਬਲਮ ਜ਼ਰੂਰ ਆਏਗੀ। ਸੋ ਜਿਹੜੀ ਰਿਕਾਰਡ ਕੀਪਿੰਗ ਹੈ ਉਹ ਇੱਕ ਰੈਸ਼ਨਲ ਅਪਰੋਚ ਜਿਹੜੀ ਆ ਉਹਦੇ ਨਾਲ ਹੋਣੀ ਬਹੁਤ ਜ਼ਰੂਰੀ ਹੈ। ਰੈਸ਼ਨਲ ਦਾ ਮਤਲਬ ਲੌਜਿਕ ਦੇ ਹਿਸਾਬ ਦੇ ਨਾਲ। ਸੋ ਇਹਦਾ ਮਤਲਬ ਸਭ ਤੋਂ ਪਹਿਲਾਂ ਅਕਾਊਂਟਸ ਨੂੰ ਸੈਟਅਪ ਕਰਨਾ ਹੈ ਜਿਨ੍ਹਾਂ ਵਿੱਚ ਇਨਫੋਰਮੇਸ਼ਨ ਨੂੰ ਸਟੋਰ ਕੀਤਾ ਜਾ ਸਕੇ। ਸੋ ਅਕਾਊਂਟਸ ਦੀ ਕਲਾਸੀਫਿਕੇਸ਼ਨ ਇਹਨਾਂ 5 ਪਾਰਟਸ ਦੇ ਵਿੱਚ ਕੀਤੀ ਜਾਂਦੀ ਹੈ। ਸੋ ਸਭ ਤੋਂ ਪਹਿਲਾ ਪਾਰਟ ਹੈ ਅਸੈਟਸ। ਜਿਹੜੇ ਅਕਾਊਂਟਸ ਨੇ ਅਸੀਂ ਇਹਨਾਂ 5 ਪਾਰਟਸ ਦੇ ਵਿੱਚ ਡਿਵਾਈਡ ਕਰਦੇ ਹਾਂ। ਸੋ ਅਸੈਟਸ ਦੇ ਵਿੱਚ ਕਿਹੜੀਆਂ ਆਈਟਮਸ ਆਉਂਦੀਆਂ ਨੇ? ਉਹ ਆਈਟਮਸ ਜਿਹੜੀਆਂ ਪਰਚੇਜ਼ ਕੀਤੀਆਂ ਗਈਆਂ ਨੇ ਜਾਂ ਜਿਹੜੀਆਂ ਐਕਵਾਇਰਡ ਕੀਤੀਆਂ ਗਈਆਂ ਨੇ ਬਟ ਉਹਨਾਂ ਨੂੰ ਇਮੀਡੀਏਟਲੀ ਅਸੀਂ ਕੰਜ਼ਿਊਮ ਨਹੀਂ ਕਰ ਰਹੇ। ਐਗਜ਼ਾਮਪਲ ਦੀ ਅਗਰ ਗੱਲ ਕਰੀਏ ਤਾਂ ਅਕਾਊਂਟਸ ਰਿਸੀਵੇਬਲ ਜਾਂ ਫਿਰ ਜਿਹੜੀ ਇਨਵੈਂਟਰੀ ਹੈ ਜਿਹਨੂੰ ਆਪਾਂ ਇਮੀਡੀਏਟਲੀ ਕੰਜ਼ਿਊਮ ਨਹੀਂ ਕਰ ਰਹੇ, ਉਹ ਸਭ ਕੁਝ ਜਿਹੜਾ ਆ ਉਹ ਅਸੈਟਸ ਦੇ ਵਿੱਚ ਆਉਂਦਾ ਆ। ਨੈਕਸਟ ਇਜ਼ ਲਾਇਬਿਲਿਟੀਜ਼। ਲਾਇਬਿਲਿਟੀਜ਼ ਕੀ ਨੇ? ਇਹ ਉਹ ਸਾਰੀਆਂ ਓਬਲੀਗੇਸ਼ਨਸ ਨੇ ਬਿਜ਼ਨਸ ਦੀਆਂ ਜਿਹੜੀਆਂ ਪੇ ਕਰਨੀਆਂ ਜ਼ਰੂਰੀ ਨੇ ਐਟ ਜਾਂ ਫਿਰ ਕਿਸੇ ਡੇਟ ਤੋਂ ਬਾਅਦ। ਐਗਜ਼ਾਮਪਲ ਦੀ ਗੱਲ ਕਰੀਏ ਅਕਾਊਂਟਸ ਪੇਬਲ ਜਾਂ ਫਿਰ ਜਿਹੜੇ ਲੋਨਸ ਨੇ ਜਿਹੜੇ ਕੰਪਨੀ ਨੇ ਚੁਕਾਣੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਆ ਲਾਇਬਿਲਿਟੀਜ਼ ਦੇ ਵਿੱਚ ਆਉਂਦੇ ਨੇ। ਨੈਕਸਟ ਇਜ਼ ਇਕੁਇਟੀ। ਇਕੁਇਟੀ ਕੀ ਹੈ? ਐਸੈਟਸ ਮਾਈਨਸ ਲਾਇਬਿਲਿਟੀਜ਼। ਇਹ ਕਿਹਨੂੰ ਰਿਪਰੈਜ਼ੈਂਟ ਕਰਦਾ ਹੈ? ਓਨਰਸ਼ਿਪ ਇੰਟਰਸਟ ਨੂੰ। ਕਿਹਦੇ ਇੰਟਰਸਟ ਨੂੰ? ਓਨਰਸ ਦੇ। ਓਨਰਸ ਜਿਹੜੇ ਉਹ ਬਿਜ਼ਨਸ ਨੂੰ ਰਨ ਕਰ ਰਹੇ ਨੇ। ਸੋ ਇਕੁਇਟੀ ਕੀ ਹੈ? ਐਸੈਟਸ ਮਾਈਨਸ ਲਾਇਬਿਲਿਟੀਜ਼। ਨੈਕਸਟ ਇਜ਼ ਰੈਵਨਿਊ। ਰੈਵਨਿਊ ਕੀ ਹੈ? ਇਹ ਉਹ ਅਮਾਊਂਟ ਹੈ ਜਿਹੜੀ ਕਸਟਮਰ ਨੂੰ ਬਿਲ ਕੀਤੀ ਜਾਂਦੀ ਹੈ ਇਨ ਐਕਸਚੇਂਜ ਆਫ ਡਿਲੀਵਰੀ ਆਫ ਗੁਡਸ ਔਰ ਪ੍ਰੋਵੀਜ਼ਨ ਆਫ ਸਰਵਿਸਿਜ਼। ਕਿਸੇ ਗੁੱਡ ਨੂੰ, ਕਿਸੇ ਪ੍ਰੋਡਕਟ ਨੂੰ ਵੇਚ ਕੇ ਜਾਂ ਫਿਰ ਕਿਸੇ ਸਰਵਿਸ ਨੂੰ ਵੇਚ ਕੇ ਜੋ ਕੰਜ਼ਿਊਮਰਸ ਤੋਂ, ਕਸਟਮਰਸ ਤੋਂ ਅਮਾਊਂਟ ਬਿਲ ਕੀਤੀ ਜਾਂਦੀ ਹੈ ਦੈਟ ਇਜ਼ ਕਾਲਡ ਐਜ਼ ਰੈਵਨਿਊ। ਨੈਕਸਟ ਇਜ਼ ਐਕਸਪੈਂਸਿਸ। ਐਕਸਪੈਂਸਿਸ ਕੀ ਹੈ? ਦਿਸ ਇਜ਼ ਦੀ ਅਮਾਊਂਟ ਜਿਹੜੀ ਐਸੈਟਸ ਕੰਜ਼ਿਊਮ ਕਰਦੇ ਨੇ ਡਿਊਰਿੰਗ ਦੀ ਮੈਜਰਮੈਂਟ ਪੀਰੀਅਡ। ਐਗਜ਼ਾਮਪਲ ਕੀ ਹੈ? ਰੈਂਟ ਐਕਸਪੈਂਸ, ਵੇਜਿਸ ਐਕਸਪੈਂਸ ਐਕਸੈਟਰਾ। ਸੋ ਜਿਹੜੇ ਸਾਰੇ ਦੇ ਸਾਰੇ ਐਕਸਪੈਂਸਿਸ ਨੇ ਉਹ ਆਪਾਂ ਲਾਸਟ ਜਿਹੜਾ ਸੈਕਸ਼ਨ ਹੈ ਅਕਾਊਂਟ ਦਾ ਐਕਸਪੈਂਸਿਸ ਦੇ ਵਿੱਚ ਮੇਨਟੇਨ ਕਰਦੇ ਹਾਂ। ਨੈਕਸਟ ਅਸੀਂ ਗੱਲ ਕਰਦੇ ਹਾਂ ਟ੍ਰਾਂਜੈਕਸ਼ਨਸ ਦੀ। ਕੰਪਨੀ ਦਾ ਅਕਾਊਂਟੈਂਟ ਜਿਹੜਾ ਹੁੰਦਾ ਹੈ ਉਹ ਰਿਸਪੌਂਸਿਬਲ ਹੁੰਦਾ ਹੈ ਫॉर ਪ੍ਰੋਡਿਊਸਿੰਗ ਦੀ ਨੰਬਰ ਆਫ ਬਿਜ਼ਨਸ ਟ੍ਰਾਂਜੈਕਸ਼ਨ ਐਂਡ ਜਿਹੜੇ ਬਾਕੀ ਕੋਸਟ ਨੇ ਉਹ ਅਕਾਊਂਟੈਂਟ ਨੂੰ ਫਾਰਵਰਡ ਕਰ ਦਿੱਤੀਆਂ ਜਾਂਦੀਆਂ ਨੇ। ਸੋ ਇਹ ਟ੍ਰਾਂਜੈਕਸ਼ਨ ਨੂੰ ਰਿਕਾਰਡ ਕੀਤਾ ਜਾਂਦਾ ਹੈ। ਸੋ ਟ੍ਰਾਂਜੈਕਸ਼ਨਸ ਦੇ ਵਿੱਚ ਸਭ ਤੋਂ ਫਸਟ ਹੈ ਪਰਚੇਜ਼ ਮਟੀਰੀਅਲਸ ਐਂਡ ਸਰਵਿਸਿਜ਼। ਇਹਦੇ ਵਿੱਚ ਲੋੜ ਪੈਂਦੀ ਹੈ ਇਸ਼ੂਐਂਸ ਆਫ ਪ੍ਰੋਡਕਟ ਆਰਡਰਸ, ਪਰਚੇਜ਼ ਆਰਡਰਸ ਐਂਡ ਪੇਮੈਂਟ ਆਫ ਸਪਲਾਇਰ ਇਨਵੋਇਸਿਸ। ਨੈਕਸਟ ਇਜ਼ ਸੈਲਸ ਗੁਡਸ ਐਂਡ ਸਰਵਿਸਿਜ਼ ਟੂ ਕਸਟਮਰਸ। ਇਹਦੇ ਵਿੱਚ ਕੀ ਲੋੜ ਪੈਂਦੀ ਹੈ? ਕ੍ਰੀਏਸ਼ਨ ਆਫ ਇਨਵੋਇਸ,
ਟੂ ਬੀ ਸੈਂਟ ਟੂ ਈਚ ਕਸਟਮਰ। ਜਦੋਂ ਆਪਾਂ ਆਨਲਾਈਨ ਵੀ ਕੋਈ ਆਰਡਰ ਪਰਚੇਸ ਕਰਦੇ ਹਾਂ ਤੇ ਸਾਨੂੰ ਇੱਕ ਇਨਵੋਇਸ ਮਿਲਦਾ ਹੈ ਜਿਹਦੇ ਵਿੱਚ ਸਾਰੀ ਦੀ ਸਾਰੀ ਡਿਟੇਲਸ ਐਂਡ ਡਾਕੂਮੈਂਟਿੰਗ ਹੁੰਦੀ ਹੈ ਰਿਗਾਰਡਿੰਗ ਦੈਟ ਪ੍ਰੋਡਕਟ। ਨੈਕਸਟ ਇਜ਼ ਰਿਸੀਵ ਪੇਮੈਂਟ ਫਰੋਮ ਕਸਟਮਰਸ। ਰਿਸੀਵ ਪੇਮੈਂਟਸ ਆਫ ਫਰੋਮ ਕਸਟਮਰਸ ਦਾ ਮਤਲਬ ਜਿਹੜੀ ਕੈਸ਼ ਅਸੀਂ ਇਨਵੋਇਸ ਨੂੰ ਦੇ ਕੇ ਆਪਣੇ ਪ੍ਰੋਡਕਟ ਨੂੰ ਦੇ ਕੇ ਰਿਸੀਵ ਕਰਦੇ ਹਾਂ, ਦੈਟ ਇਜ਼ ਕਾਲਡ ਐਜ਼ ਰਿਸੀਵ ਪੇਮੈਂਟ ਫਰੋਮ ਕਸਟਮਰਸ। ਨੈਕਸਟ ਇਜ਼ ਪੇ ਇੰਪਲੋਈਜ਼। ਇਹਦੇ ਵਿੱਚ ਕੀ ਲੋੜ ਪੈਂਦੀ ਹੈ? ਕਲੈਕਸ਼ਨ ਆਫ ਟਾਈਮ ਵਰਕਡ ਇਨਫੋਰਮੇਸ਼ਨ ਫਰੋਮ ਇੰਪਲੋਈਜ਼, ਜਿਹਨੂੰ ਯੂਜ਼ ਕੀਤਾ ਜਾਂਦਾ ਹੈ ਇੱਕ ਗਰੋਸ ਵੇਜ ਬਣਾਉਣ ਦੇ ਲਈ, ਇਨਫੋਰਮੇਸ਼ਨ ਬਣਾਉਣ ਦੇ ਲਈ, ਟੈਕਸ ਦੀ ਡਿਡਕਸ਼ਨ ਦੇ ਲਈ, ਅਦਰ ਡਿਡਕਸ਼ਨ ਦੇ ਲਈ ਐਂਡ ਨੈਟ ਪੇ ਟੂ ਇੰਪਲੋਈਜ਼ ਦੇ ਲਈ। ਉਸ ਤੋਂ ਬਾਅਦ ਆਉਂਦਾ ਹੈ ਜੀ ਰਿਪੋਰਟਿੰਗ। ਸੋ ਜਦੋਂ ਸਾਰੀਆਂ ਟ੍ਰਾਂਜੈਕਸ਼ਨ ਰਿਲੇਟਿਡ ਟੂ ਅਕਾਊਂਟਿੰਗ ਹੋ ਜਾਂਦੀਆਂ ਨੇ, ਫਿਰ ਅਕਾਊਂਟੈਂਟ ਇਹ ਸਾਰੀਆਂ ਪੇਮੈਂਟਸ ਨੂੰ ਦੇਖ ਕੇ ਰਿਕਾਰਡ ਕਰਦਾ ਹੈ ਐਂਡ 3 ਤਰ੍ਹਾਂ ਦੇ ਡਾਕੂਮੈਂਟਸ ਦੇ ਵਿੱਚ ਕਨਵਰਟ ਕਰਦਾ ਹੈ। ਉਹਨਾਂ 3 ਡਾਕੂਮੈਂਟਸ ਨੂੰ ਅਸੀਂ ਕਲੈਕਟਿਵਲੀ ਕਹਿੰਦੇ ਹਾਂ ਫਾਈਨੈਂਸ਼ੀਅਲ ਸਟੇਟਮੈਂਟਸ। ਫਾਈਨੈਂਸ਼ੀਅਲ ਸਟੇਟਮੈਂਟਸ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਸਟੇਟਮੈਂਟ ਆਉਂਦੀ ਹੈ ਦੈਟ ਇਜ਼ ਇਨਕਮ ਸਟੇਟਮੈਂਟ। ਇਨਕਮ ਸਟੇਟਮੈਂਟ ਕੀ ਹੈ? ਇਹ ਉਹ ਵਾਲਾ ਡਾਕੂਮੈਂਟ ਹੈ ਜਿਹੜਾ ਪ੍ਰੈਜ਼ੈਂਟ ਕਰਦਾ ਹੈ ਰੈਵਨਿਊ ਨੂੰ ਐਂਡ ਸਬਟਰੈਕਟ ਕਰਦਾ ਹੈ ਸਾਰੇ ਦੇ ਸਾਰੇ ਐਕਸਪੈਂਸਿਸ ਨੂੰ, ਜਿਹੜੇ ਪ੍ਰੋਡਕਟ ਨੂੰ ਸ਼ਿਪਿੰਗ ਤੋਂ ਲੈ ਕੇ ਪੈਕਿੰਗ ਤੋਂ ਹੋਰ ਸਾਰੇ ਜਿਹੜੇ ਪ੍ਰੋਸੈਸਿਸ ਨੂੰ ਐਡ ਕਰਕੇ ਅਸੀਂ ਐਕਸਪੈਂਸਿਸ ਜਿਹੜੇ ਨੇ ਉਹ ਮਾਈਨਸ ਕਰਦੇ ਆ ਰੈਵਨਿਊ ਦੇ ਨਾਲ ਐਂਡ ਨੈਟ ਪ੍ਰੋਫਿਟ ਜਿਹੜਾ ਆਪਾਂ ਗੇਨ ਕਰਦੇ ਆ ਦੈਟ ਇਜ਼ ਕਾਲਡ ਐਜ਼ ਇਨਕਮ ਸਟੇਟਮੈਂਟ। ਨੈਕਸਟ ਇਜ਼ ਬੈਲੈਂਸ ਸ਼ੀਟ। ਬੈਲੈਂਸ ਸ਼ੀਟ ਕੀ ਕਰਦੀ ਹੈ? ਇਹ ਮੈਜਰ ਕਰਦੀ ਹੈ ਅਬਿਲਿਟੀ ਆਫ ਬੈਲੈਂਸ ਸ਼ੀਟ ਜੋ ਹੈ ਇਹ ਡਾਕੂਮੈਂਟ ਕੀ ਪ੍ਰੈਜ਼ੈਂਟ ਕਰਦਾ ਹੈ? ਐਸੈਟਸ ਨੂੰ, ਲਾਇਬਿਲਿਟੀਜ਼ ਨੂੰ, ਇਕੁਇਟੀ ਆਫ ਬਿਜ਼ਨਸ ਨੂੰ ਐਜ਼ ਆਫ ਦੀ ਐਂਡ ਆਫ ਰਿਪੋਰਟਿੰਗ ਪੀਰੀਅਡ। ਇਹ ਕੀ ਪ੍ਰੈਜ਼ੈਂਟ ਕਰਦਾ ਹੈ? ਫਾਈਨੈਂਸ਼ੀਅਲ ਪੋਜੀਸ਼ਨ ਆਫ ਐਂਟਿਟੀ ਆਫ ਏ ਪੁਆਇੰਟ ਇਨ ਟਾਈਮ ਐਂਡ ਇਹ ਕਲੋਜ਼ਲੀ ਰਿਵਿਊ ਕੀਤਾ ਜਾਂਦਾ ਹੈ ਤਾਂ ਕਿ ਅਸੀਂ ਆਰਗੇਨਾਈਜੇਸ਼ਨ ਦੀ ਐਬਿਲਿਟੀ ਨੂੰ ਟੂ ਪੇ ਬਿਲਸ ਦੇਖ ਸਕੀਏ ਕਿ ਆਰਗੇਨਾਈਜੇਸ਼ਨ ਜਿਹੜੇ ਬਿਲਸ ਆ ਉਹ ਪੇ ਕਰ ਸਕਦੀ ਹੈ ਜਾਂ ਨਹੀਂ। ਨੈਕਸਟ ਇਜ਼ ਸਟੇਟਮੈਂਟ ਆਫ ਕੈਸ਼ ਫਲੋਜ਼। ਇਹ ਡਾਕੂਮੈਂਟ ਕੀ ਪ੍ਰੈਜ਼ੈਂਟ ਕਰਦਾ ਹੈ? ਸੋਰਸਿਸ ਨੂੰ ਐਂਡ ਯੂਜ਼ਿਸ ਆਫ ਕੈਸ਼ ਡਿਊਰਿੰਗ ਦੀ ਰਿਪੋਰਟਿੰਗ ਪੀਰੀਅਡ। ਇਹ ਜਿਹੜਾ ਸਟੇਟਮੈਂਟ ਹੈ, ਇਹ ਜਿਹੜੀ ਸਟੇਟਮੈਂਟ ਹੈ ਸਪੈਸ਼ਲੀ ਯੂਜ਼ ਕਿੱਥੇ ਹੁੰਦੀ ਹੈ? ਜਦੋਂ ਅਮਾਊਂਟ ਆਫ ਨੈਟ ਇਨਕਮ ਅਪੀਅਰਿੰਗ ਇਨ ਦੀ ਇਨਕਮ ਸਟੇਟਮੈਂਟ ਵੇਰੀ ਕਰਦੀ ਹੈ ਫਰੋਮ ਨੈਟ ਚੇਂਜ ਇਨ ਕੈਸ਼ ਡਿਊਰਿੰਗ ਦੀ ਰਿਪੋਰਟਿੰਗ ਪੀਰੀਅਡ। ਸੋ ਇਹ ਜਿਹੜੀ ਸਟੇਟਮੈਂਟ ਹੈ ਕਦੋਂ ਕੰਮ ਆਉਂਦੀ ਹੈ? ਜਦੋਂ ਨੈਟ ਇਨਕਮ ਜਿਹੜੀ ਇਨਕਮ ਸਟੇਟਮੈਂਟ ਦੇ ਵਿੱਚ ਸ਼ੋ ਹੋ ਰਹੀ ਹੈ ਉਹ ਵੇਰੀ ਕਰਦੀ ਹੈ ਫਰੋਮ ਚੇਂਜ ਇਨ ਕੈਸ਼ ਡਿਊਰਿੰਗ ਦੀ ਰਿਪੋਰਟਿੰਗ ਪੀਰੀਅਡ। ਸੋ ਇਹ ਸੀਗੀਆਂ ਸਾਡੀਆਂ 3 ਸਟੇਟਮੈਂਟਸ ਜਿਹੜੀਆਂ ਰਿਪੋਰਟਿੰਗ ਦੇ ਵਿੱਚ ਆਉਂਦੀਆਂ ਨੇ। ਨੈਕਸਟ ਇਜ਼ ਕੋਸਟ ਅਕਾਊਂਟਿੰਗ। ਕੋਸਟ ਅਕਾਊਂਟਿੰਗ ਦੇ ਵਿੱਚ ਅਸੀਂ ਕੀ ਕਰਦੇ ਹਾਂ? ਇਹਦੇ ਵਿੱਚ ਪ੍ਰੋਡਕਟ ਦੀ ਕੋਸਟ ਨੂੰ ਰਿਵਿਊ ਕੀਤਾ ਜਾਂਦਾ ਹੈ ਡੇਲੀ। ਜਿਹੜੀ ਪ੍ਰੋਡਕਟ ਦੀ ਮੈਨੂਫੈਕਚਰਿੰਗ ਕਿਸੇ ਵੀ ਕੰਪਨੀ 'ਚ ਹੁੰਦੀ ਹੈ, ਮੰਨ ਲਓ ਇੱਕ ਦਿਨ ਦੇ ਵਿੱਚ ਇੱਕ ਪ੍ਰੋਡਕਟ ਦੀ ਅਸੀਂ 10,000 ਪ੍ਰੋਡਕਸ਼ਨ ਕੀਤੀ ਹੈ, ਸੋ ਉਸ ਪ੍ਰੋਡਕਸ਼ਨ ਦੇ ਵਿੱਚ ਆਪਾਂ ਪਰ ਪੀਸ ਇੱਕ ਪੀਸ ਦੀ ਕਾਸਟ ਕੱਢਦੇ ਹਾਂ। ਉਸ ਕਾਸਟ ਦੇ ਵਿੱਚ ਕਾਫੀ ਸਾਰੇ ਫੈਕਟਰਸ ਆਉਂਦੇ ਨੇ ਜਿਵੇਂ ਕਿ ਲੇਬਰ ਦੀ ਕਾਸਟ, ਇਲੈਕਟ੍ਰੀਸਿਟੀ ਕਾਸਟ, ਮੇਨਟੇਨੈਂਸ ਕਾਸਟ, ਬ੍ਰੇਕਡਾਊਨ ਕਾਸਟ। ਬ੍ਰੇਕਡਾਊਨ ਦਾ ਮਤਲਬ ਜਦੋਂ ਅਸੀਂ ਪ੍ਰੋਡਕਟ ਨੂੰ ਬਣਾ ਰਹੇ ਹਾਂ ਕਿਸੇ ਮਸ਼ੀਨਰੀ ਤੇ, ਮਸ਼ੀਨਰੀ ਕਦੇ ਵੀ ਖਰਾਬ ਹੋ ਸਕਦੀ ਹੈ। ਸੋ ਖਰਾਬ ਹੋਣ ਤੋਂ ਬਾਅਦ ਜਿਹੜਾ ਟਾਈਮ ਪੀਰੀਅਡ ਮਸ਼ੀਨਰੀ ਬੰਦ ਰਹੇਗੀ ਉਹਨੂੰ ਅਸੀਂ ਕਹਿੰਦੇ ਹਾਂ ਬ੍ਰੇਕਡਾਊਨ ਪੀਰੀਅਡ। ਸੋ ਇਹ ਸਾਰੀਆਂ ਦੀਆਂ ਸਾਰੀਆਂ ਕਾਸਟ ਨੂੰ ਐਡ ਕਰਕੇ ਪ੍ਰੋਡਕਟ ਦੀ ਇੱਕ ਕਾਸਟ ਕੱਢੀ ਜਾਂਦੀ ਹੈ। ਉਸ ਤੋਂ ਬਾਅਦ ਉਹਦਾ ਫਾਈਨਲ ਪ੍ਰਾਈਸ ਕੋਟ ਕੀਤਾ ਜਾਂਦਾ ਹੈ ਮਾਰਕੀਟ ਦੇ ਵਿੱਚ। ਨੈਕਸਟ ਇਜ਼ ਕਾਸਟ ਅਕਾਊਂਟਿੰਗ ਦੇ ਵਿੱਚ ਹੋਰ ਵੀ ਕਾਫੀ ਸਾਰੀਆਂ ਚੀਜ਼ਾਂ ਨੇ ਜਿੱਦਾਂ ਕਿ ਐਗਜ਼ਾਮਿਨਿੰਗ ਦੀ ਓਪਰੇਟਿੰਗ ਵੇਰੀਐਂਸਿਸ, ਮਤਲਬ ਜਿਹੜੀ ਮਸ਼ੀਨ ਓਪਰੇਟ ਕਰ ਰਹੇ ਹਾਂ ਉਹ ਕੀ ਇੱਕ ਪਰਟੀਕੂਲਰ ਫਿਕਸਡ ਟਾਈਮ ਲਈ ਚੱਲਦੀ ਹੈ ਜਾਂ ਉਹਦਾ ਟਾਈਮ ਪੀਰੀਅਡ ਵੇਰੀ ਕਰਦਾ ਰਹਿੰਦਾ ਹੈ। ਨੈਕਸਟ ਇਜ਼ ਇੰਗੇਜਿੰਗ ਦੀ ਪ੍ਰੋਫਿਟੇਬਲੀ ਸਟੱਡੀਜ਼, ਬੋਟਲਨੈਕ ਐਨਾਲਾਈਸਿਸ। ਕਿਹੜੀਆਂ ਸਿਚੁਏਸ਼ਨਸ ਨੇ ਜਿੱਥੇ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈ, ਉਹ ਸਾਰੀਆਂ ਸਿਚੁਏਸ਼ਨਸ ਨੂੰ ਐਨਾਲਾਈਜ਼ ਕਰਨਾ, ਸਟੱਡੀ ਕਰਨਾ। ਨੈਕਸਟ ਇਜ਼ ਇੰਟਰਨਲ ਆਡਿਟਿੰਗ। ਇੰਟਰਨਲ ਆਡਿਟਿੰਗ ਦੇ ਵਿੱਚ ਅਸੀਂ ਕੀ ਕਰਦੇ ਹਾਂ? ਐਗਜ਼ਾਮਿਨ ਕਰਦੇ ਹਾਂ ਇੰਟਰਨਲ ਰਿਕਾਰਡਸ ਨੂੰ ਤਾਂ ਕਿ ਅਸੀਂ ਦੇਖ ਸਕੀਏ ਜਿਹੜੀਆਂ ਟ੍ਰਾਂਜੈਕਸ਼ਨਸ ਨੇ ਉਹਨਾਂ ਨੂੰ
ਕਰੈਕਟਲੀ ਪ੍ਰੋਸੈਸ ਕੀਤਾ ਗਿਆ ਹੈ ਜਾਂ ਨਹੀਂ, ਐਂਡ ਵੈਦਰ ਜਿਹੜਾ ਐਸਟੈਬਲਿਸ਼ਡ ਸਿਸਟਮ ਹੈ ਜਿਹੜਾ ਕੰਟਰੋਲ ਕਰ ਰਿਹਾ ਹੈ ਉਹ ਆਪਣਾ ਕੰਮ ਸਹੀ ਤਰੀਕੇ ਨਾਲ ਕਰ ਰਿਹਾ ਹੈ ਜਾਂ ਨਹੀਂ। ਨੈਕਸਟ ਐਂਡ ਲਾਸਟ ਬੇਸਿਕ ਆਫ ਅਕਾਊਂਟਿੰਗ ਸੈਕਸ਼ਨ ਇਜ਼ ਟੈਕਸ ਅਕਾਊਂਟਿੰਗ। ਇਹਦੇ ਵਿੱਚ ਆਪਾਂ ਕੀ ਕਰਦੇ ਹਾਂ, ਪਲਾਨ ਕਰਦੇ ਹਾਂ ਤਾਂ ਕਿ ਅਸੀਂ ਆਪਣੀ ਟੈਕਸ ਦੀਆਂ ਪੇਮੈਂਟਸ ਨੂੰ ਰਿਡਿਊਸ ਕਿੱਦਾਂ ਕਰ ਸਕੀਏ, ਐਜ਼ ਵੈਲ ਐਜ਼ ਟੈਕਸ ਰਿਟਰਨਸ ਨੂੰ ਕਿੱਦਾਂ ਫਾਈਲ ਕਰ ਸਕੀਏ। ਸੋ ਇਹ ਸਾਰੀਆਂ ਜਿਹੜੀਆਂ ਟਰਮਸ ਸੀਗੀਆਂ ਉਹ ਬੇਸਿਕਸ ਆਫ ਅਕਾਊਂਟਿੰਗ ਦੇ ਵਿੱਚ ਆਉਂਦੀਆਂ ਨੇ, ਜੋ ਕਿ ਹਰ ਆਰਗੇਨਾਈਜੇਸ਼ਨ ਦੇ ਲਈ ਬਹੁਤ ਜ਼ਰੂਰੀ ਨੇ। ਸੋ ਸਟੂਡੈਂਟਸ ਆਪਣੇ ਨੈਕਸਟ ਲੈਕਚਰ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਅਬਾਊਟ ਡਬਲ ਐਂਟਰੀ ਸਿਸਟਮ ਐਂਡ ਫਾਈਨੈਂਸ਼ੀਅਲ ਮੈਨੇਜਮੈਂਟ। ਥੈਂਕ ਯੂ।